ਵੈਲਕਮ ਟੂ ਸਿੱਧੂ ਆਇਲਸ ਕਲਾਸਿਸ। ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚਿਆਂ ਦੇ ਵਿੱਚ ਇੱਕ ਕਾਮਨ ਪ੍ਰੋਬਲਮ ਆਉਂਦੀ ਹੈ, ਦੈਟ ਇਜ਼ ਵੀਕ ਸੈਂਟੈਂਸ ਫਾਰਮੇਸ਼ਨ। ਜ਼ਿਆਦਾਤਰ ਬੱਚਿਆਂ ਦੀ ਵੀਕ ਸੈਂਟੈਂਸ ਫਾਰਮੇਸ਼ਨ ਕਰਕੇ ਹੀ ਜਿਹੜੀ ਕੀ ਆ ਸਕੋਰਸ ਜਿਹੜੇ ਕੀ ਆ ਇੰਪਰੂਵ ਨਹੀਂ ਕਰਦੇ। ਸੈਂਟੈਂਸ ਫਾਰਮੇਸ਼ਨ ਜੇ ਤੁਹਾਡੀ ਰਾਈਟਿੰਗ 'ਚ ਵੀਕ ਆ ਤਾਂ ਉਹਦਾ ਇਫੈਕਟ ਤੁਹਾਡੀ ਸਪੀਕਿੰਗ 'ਚ ਵੀ ਹੋਣਾ। ਤੁਹਾਡੇ ਕੋਲ ਬੋਲਣ ਲਈ ਕੁਛ ਨਾ ਕੁਛ ਕੰਟੈਂਟ ਹੁੰਦਾ, ਤੁਸੀਂ ਕੁਛ ਕਰਨਾ ਚਾਹੁੰਦੇ ਹੁੰਦੇ ਹੋ, ਬਟ ਕਿਤੇ ਨਾ ਕਿਤੇ ਸੈਂਟੈਂਸ ਫਾਰਮੇਸ਼ਨ, ਵੀਕ ਸੈਂਟੈਂਸ ਫਾਰਮੇਸ਼ਨ ਤੁਹਾਡੇ ਵਿੱਚ ਕੀ ਆ ਬੈਰੀਅਰ ਬਣ ਜਾਂਦੀ ਆ। ਜਿਹੜੇ ਤੁਹਾਡੇ ਆਇਲਸ ਦੇ ਟ੍ਰੇਨਰ ਆ, ਤੁਹਾਡੇ ਸਪੀਕਿੰਗ ਦੇ ਟ੍ਰੇਨਰ ਆ, ਉਹ ਤੁਹਾਨੂੰ ਰეკਮੈਂਡ ਕਰਦੇ ਕਿ ਤੁਹਾਨੂੰ ਸੈਂਟੈਂਸ ਫਾਰਮੇਸ਼ਨ ਇੰਪਰੂਵ ਕਰਨੀ ਚਾਹੀਦੀ ਹੈ। ਤਾਂ ਇਹਦੇ ਕਰਕੇ ਉਹ ਤੁਹਾਨੂੰ ਕਹਿੰਦੇ ਕਿ ਤੁਸੀਂ ਗ੍ਰਾਮਰ ਇੰਪਰੂਵ ਕਰ ਦਿਓ, ਕਿਉਂਕਿ ਜ਼ਿਆਦਾਤਰ ਇਹੀ ਸੋਚਦੇ ਆ ਕਿ ਜ਼ਿਆਦਾਤਰ ਸੋਚਦੇ ਤੇ ਸਹੀ ਵੀ ਆ ਕਿ ਸੈਂਟੈਂਸ ਫਾਰਮੇਸ਼ਨ ਡਿਪੈਂਡ ਕਰਦੇ ਤੇ ਕਰਦੀ ਆ ਗ੍ਰਾਮਰ ਤੇ। ਆਇਲਸ ਟ੍ਰੇਨਰ ਤੁਹਾਨੂੰ ਕਹਿੰਦੇ ਆ ਕਿ ਜੀ ਤੁਸੀਂ ਗ੍ਰਾਮਰ ਕਲਾਸਿਸ ਜੁਆਇਨ ਕਰ ਲਓ, ਬਟ ਜ਼ਿਆਦਾਤਰ ਗ੍ਰਾਮਰ ਕਲਾਸਿਸ ਦੇ ਵਿੱਚ ਜ਼ਿਆਦਾ ਬੱਚੇ ਜਾਣਾ ਨਹੀਂ ਚਾਹੁੰਦੇ। ਜੇ ਬੱਚੇ ਜਾਂਦੇ ਆ ਤਾਂ ਗ੍ਰਾਮਰ ਕਲਾਸਿਸ ਦੇ ਵਿੱਚ ਬੇਸਿਕਸ ਤੋਂ ਸਟਾਰਟ ਕਰ ਦਿੰਦੇ ਆ, ਮਤਲਬ ਕਿ ਗ੍ਰਾਮਰ ਦੱਸਦੇ ਆ, ਬਟ ਜਿਹੜੀ ਉਹ ਗ੍ਰਾਮਰ ਹੁੰਦੀ ਆ ਬਿਲਕੁਲ ਬੇਸਿਕਸ ਹੁੰਦੇ ਆ, ਜਿਹਦੇ ਤੁਹਾਨੂੰ ਟੈਂਸ, ਮੋਡਲਸ, ਹੈਲਪਿੰਗ ਵਰਬਸ ਵਗੈਰਾ ਕਰਵਾਉਂਦੇ ਆ, ਬੱਚੇ ਵੀ ਯਾਦ ਵੀ ਕਰ ਲੈਂਦੇ ਆ। ਸਟਿਲ ਬੱਚਿਆਂ ਨੂੰ ਇੱਕ ਜਿਹੜੀ ਫਿਰ ਪ੍ਰੋਬਲਮ ਸੈਂਟੈਂਸ ਫਾਰਮੇਸ਼ਨ ਦੀ ਉਹੀ ਰਹਿੰਦੀ ਹੈ, ਬਿਕੋਜ਼ ਉਹ ਬੇਸਿਕ ਗ੍ਰਾਮਰ ਕਰਕੇ ਕਹਿੰਦੇ ਆ ਕਿ ਅਸੀਂ ਰੂਲ ਯਾਦ ਕਰ ਲਏ, ਸਾਡੀ ਗ੍ਰਾਮਰ ਸਹੀ ਹੈ ਜੀ, ਸਾਡੀ ਸੈਂਟੈਂਸ ਫਾਰਮੇਸ਼ਨ ਸਹੀ ਹੋਊਗੀ। ਬਟ ਅਗੇਨ ਉਹਨਾਂ ਦੀ ਪ੍ਰੋਬਲਮ ਸਟਿਲ ਉਹੀ ਰਹਿੰਦੀ ਹੈ ਕਿ ਸੈਂਟੈਂਸ ਫਾਰਮੇਸ਼ਨ ਉਹਨਾਂ ਦੀ ਵੀਕ ਹੁੰਦੀ ਹੈ। ਤੇ ਇਸ ਪੁਆਇੰਟ ਤੇ ਪ੍ਰੋਬਲਮ ਜਿਹੜੀ ਅਸਲੀ ਹੈ ਦੈਟ ਇਜ਼ ਕਿ ਗ੍ਰਾਮਰ ਨੂੰ ਉਹ ਪ੍ਰੋਪਰ ਸਮਝਦੇ ਨਹੀਂ ਹੈਗੇ, ਕਿ ਜਾਂ ਮੈਂ ਕਹਿ ਸਕਦਾ ਕਿ ਗ੍ਰਾਮਰ ਨੂੰ ਡਿਟੇਲ 'ਚ ਨਹੀਂ ਕਰਦੇ, ਗ੍ਰਾਮਰ ਦੇ ਸਿਰਫ ਥੋੜੇ ਜਿਹੇ ਪਾਰਟ ਕਰਦੇ ਕਿ ਟੈਂਸ ਜਾਂ ਮੋਡਲਸ ਦੇ ਰੂਲ ਯਾਦ ਕਰ ਲਏ। ਬਟ ਗ੍ਰਾਮਰ ਦੇ ਵਿੱਚ ਹੋਰ ਬਹੁਤ ਕੁਝ ਹੈਗਾ, ਤੇ ਜਿਹਦੀ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਤੁਹਾਡੇ ਨਾਲ ਸ਼ੁਰੂ ਕਰੂੰਗਾ, ਤੇ ਜ਼ਿਆਦਾ ਵੀਡੀਓ ਨੂੰ ਲੰਬੀ ਨਾ ਕਰਦੇ ਹੋਏ ਮੈਂ ਸਿੱਧੀ ਐਗਜ਼ਾਮਪਲ ਤੇ ਆਉਂਦਾ ਹਾਂ। ਹੁਣ ਮੈਂ ਲਿਖੂੰਗਾ ਇੱਕ ਸੈਂਟੈਂਸ। ਪਹਿਲਾਂ ਮੈਂ ਸੈਂਟੈਂਸ ਨੂੰ ਬੇਸਿਕ ਗ੍ਰਾਮਰ ਦੇ ਰੂਲ ਦੇ ਅਕੋਰਡਿੰਗ ਲਿਖੂੰਗਾ, ਜਿਹੜਾ ਜਿਹੇ ਜਿਹੇ ਸੈਂਟੈਂਸ ਤੁਸੀਂ ਅਕਸਰ ਆਪਦੀ ਰਾਈਟਿੰਗ 'ਚ ਦੇਖੋਗੇ, ਤੁਸੀਂ ਆਪਦੀ ਰਾਈਟਿੰਗ 'ਚ ਯੂਜ਼ ਕਰਦੇ ਹੋ ਤੇ ਯੂਜ਼ ਕਰਨਾ ਚਾਹੁੰਦੇ ਹੋ, ਬਟ ਰੀਡਿੰਗ 'ਚ ਉਹ ਯੂਜ਼ ਹੋਏ ਹੁੰਦੇ ਆ। ਇਹ ਮੈਂ ਬੈਸਟ ਐਗਜ਼ਾਮਪਲ ਤਾਂ ਲਈ ਆ, ਮੈਂ ਇਹਨੂੰ ਬੈਸਟ ਤਾਂ ਕਹਿਣਾ ਕਿਉਂਕਿ ਇਹਦੇ ਨਾਲ ਤੁਹਾਨੂੰ ਇਹ ਵੀ ਨਹੀਂ ਲੱਗੂਗਾ ਕਿ ਸਾਨੂੰ ਸਿੰਪਲ ਸੈਂਟੈਂਸ 'ਚ ਸਮਝਾਤਾ, ਤੇ ਜਦੋਂ ਅਸੀਂ ਕੁਝ ਥੋੜਾ ਜਿਹਾ ਡਿਫਰੈਂਟ ਲਿਖਣਾ ਉਦੋਂ ਸਾਡੇ ਕੋਲ ਪ੍ਰੋਬਲਮ ਹੁੰਦੀ ਹੈ। ਹਾਂਜੀ, ਤਾਂ ਸੈਂਟੈਂਸ ਹੈਗਾ ਜੀ ਆਪਣਾ ਸਾਇੰਟਿਸਟਸ ਕੰਡਕਟਡ ਐਨ ਐਕਸਪੈਰੀਮੈਂਟ। ਤਾਂ ਹੁਣ ਇਹ ਤੁਹਾਡੇ ਕੋਲ ਸਿੰਪਲ ਗ੍ਰਾਮਰ ਦਾ ਰੂਲ ਪਾਸਟ ਇੰਡੈਫੀਨਿਟ ਦਾ ਯੂਜ਼ ਕਰਕੇ ਮੈਂ ਇੱਕ ਜਿਹੜਾ ਕੀ ਆ ਆਪਣੇ ਕੋਲ ਸੈਂਟੈਂਸ ਲਿਖ ਲਿਆ ਵਾ। ਹੁਣ ਇਹ ਸੈਂਟੈਂਸ ਬਣਾਉਣ ਲਈ ਤਾਂ ਆਪਾਂ ਨੂੰ ਗ੍ਰਾਮਰ ਦਾ ਰੂਲ ਕਰਨਾ ਹੀ ਪੈਣਾ, ਬਟ ਇੱਥੇ ਹੁਣ ਮੈਂ ਕਹੂੰਗਾ ਕਿ ਇਸ ਸੈਂਟੈਂਸ ਨੂੰ ਹੋਰ ਜ਼ਿਆਦਾ ਕਿਵੇਂ ਐਕਸਟੈਂਡ ਕੀਤਾ ਜਾ ਸਕਦਾ ਤੇ ਕਿਹੜੀ ਤਰੀਕੇ ਨਾਲ ਕੀਤਾ ਜਾ ਸਕਦਾ, ਮੈਂ ਉਹ ਤਰੀਕਾ ਡਿਸਕਸ ਕਰਾਂਗਾ। ਸਾਰਿਆਂ ਤੋਂ ਪਹਿਲਾਂ ਸਾਇੰਟਿਸਟ ਕੰਡਕਟਡ ਐਨ ਐਕਸਪੈਰੀਮੈਂਟ, ਉਹਨਾਂ ਨੇ ਐਕਸਪੈਰੀਮੈਂਟ ਕੀਤਾ। ਆਪਾਂ ਇਹਦੇ ਵਿੱਚ ਐਡ ਕਰਨਾ ਕਿ ਉਹਨਾਂ ਨੇ ਐਕਸਪੈਰੀਮੈਂਟ ਕਿੱਥੇ ਕੀਤਾ, ਮਤਲਬ ਕਿ ਮੈਂ ਇਹਦੇ ਵਿੱਚ ਕੀ ਇਨਫੋਰਮੇਸ਼ਨ ਐਡ ਕਰਨੀ ਆ, ਪਲੇਸ ਦੀ, ਤਾਂ ਕੀ ਕਹਿ ਸਕਦੇ ਆ, ਇਨ ਸਪੈਨਿਸ਼ ਲੈਬ। ਤਾਂ ਹੁਣ ਇਹਦੇ ਵਿੱਚ ਮੈਂ ਕੀ ਐਡ ਕੀਤਾ ਕਿ ਉਹਨਾਂ ਨੇ ਕਿੱਥੇ ਕੀਤਾ। ਦੈਨ ਮੈਂ ਇਹਦੇ ਵਿੱਚ ਟਾਈਮ ਦੀ ਫਾਰਮ ਐਡ ਕਰਨੀ ਆ, ਉਹ ਟਾਈਮ ਦੀ ਫਾਰਮ ਮੈਂ ਐਡ ਕਰਤੀ ਫॉर 2 years from 2009 to 2011। ਇਹਦੇ ਵਿੱਚ ਮੈਂ ਉਸੇ ਐਕਸਪੈਰੀਮੈਂਟ ਬਾਰੇ ਹੋਰ ਇਨਫੋਰਮੇਸ਼ਨ ਦਿੱਤੀ ਕਿ ਉਹ ਜਿਹੜਾ ਐਕਸਪੈਰੀਮੈਂਟ ਆ ਉਹ ਉਹਨਾਂ ਨੇ ਕੰਡਕਟ ਕਿੱਥੇ ਕੀਤਾ, ਮਤਲਬ ਕਿ ਜਗ੍ਹਾ। ਇਟ ਕੈਨ ਬੀ ਇਨ ਅ ਕੰਟਰੀ, ਇਟ ਕੈਨ ਬੀ ਇਨ ਅ ਲੈਬ ਐਟਸੈਟਰਾ। ਤਾਂ ਮੈਂ ਐਡ ਕਰ ਲਿਆ ਕਿ ਇਨ ਸਪੈਨਿਸ਼ ਲੈਬ। ਪਤਾ ਕੀ ਲੱਗ ਗਿਆ ਕਿ ਸਪੈਨਿਸ਼ ਲੈਬ ਮਤਲਬ ਕਿ ਸਪੇਨ ਦੀ ਲੈਬ ਸੀ। ਦੈਨ ਮੈਂ ਉਹਦੇ ਵਿੱਚ ਟਾਈਮ ਐਡ ਕਰਨਾ ਚਾਹਿਆ। ਟਾਈਮ ਲਈ ਮੈਂ ਕੀ ਯੂਜ਼ ਕੀਤਾ ਕਿ ਫॉर 2 years from 2009 to 2011। ਦੈਨ ਇੱਥੇ ਇੱਕ ਕੁਐਸਚਨ ਰੇਜ਼ ਹੁੰਦਾ ਕਿ ਆਪਣੇ ਕੋਲ ਉਹ ਪ੍ਰੋਬਲਮ ਉਹ ਉਹਨਾਂ ਨੇ ਐਕਸਪੈਰੀਮੈਂਟ ਕਾਦੇ ਵਾਸਤੇ ਕੀਤਾ।
तो उस जगह पे आपां की कर देंगे कि साइंटिस्ट कंडक्टेड एन एक्सपेरिमेंट इन स्पेनिश लैब फॉर 2 years फ्रॉम 2009 टू 2011। ਇਹ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਕਿ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਕਿਹਦੇ ਤੇ ਆ, ਤਾਂ ਆਪਾਂ ਉਹ ਕਹਿ ਸਕਦੇ ਹਾਂ did an experiment in Spanish lab from 2 years on few species of animals and plants। ਇੱਥੇ ਮੈਂ ਹੋਰ ਇਨਫੋਰਮੇਸ਼ਨ ਐਡ ਕਰਤੀ ਕਿ ਉਹਨਾਂ ਨੇ ਜਿਹੜਾ ਐਕਸਪੈਰੀਮੈਂਟ ਆ ਉਸ ਕੀ ਚੀਜ਼ ਤੇ ਕੰਡਕਟ ਕੀਤਾ। ਪਹਿਲਾਂ ਆਪਾਂ ਗੱਲ ਕੀਤੀ ਕਿ ਕਿੱਥੇ ਕੀਤਾ, ਕਿੰਨੇ ਟਾਈਮ ਲਈ ਕੀਤਾ ਤੇ ਉਹਨਾਂ ਨੇ ਐਕਸਪੈਰੀਮੈਂਟ ਕਾਦੇ ਉੱਤੇ ਕੀਤਾ। ਦੈਨ ਕੁਐਸਚਨ ਆਉਂਦਾ ਕਿ ਐਕਸਪੈਰੀਮੈਂਟ ਆਪਾਂ ਇਸ ਤਰੀਕੇ ਨਾਲ ਵੀ ਐਕਸਟੈਂਡ ਕਰ ਸਕਦੇ ਹਾਂ ਕਿ ਉਹਨਾਂ ਨੇ ਐਕਸਪੈਰੀਮੈਂਟ ਕਿਸ ਚੀਜ਼ ਦੇ ਲਈ ਕੀਤਾ। ਤਾਂ ਉੱਥੇ ਮੈਂ ਕਰੂੰਗਾ ਟੂ find the changes in animal and plants behavior to chemicals। ਇੱਥੇ ਉਹਨਾਂ ਨੇ ਐਕਸਪੈਰੀਮੈਂਟ ਕਿਸ ਚੀਜ਼ ਬਾਰੇ ਕੀਤਾ ਕਿ ਟੂ फाइंड लभना कि चेंजेस की आए एनिमल ते प्लांट दे बिहेवियर कादे वास्ते, केमिकल्स दे वास्ते। तो हुण ये भी चीज ऐड होगी। देन आपां इत्थे एक चीज होर ऐड कर सकते हैं, दैट इज उन्हां ने वो चीज किवें कीती। इत्थे आपां करना बाय केड़ी चीज करके, बाय ऑब्जर्विंग by observing various factors such as ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਸਲੀਪ ਪੈਟਰਨ, ਉਹਨਾਂ ਦਾ ਜਿਹੜਾ ਕੀ ਆ ਕਿਸੇ ਇੱਕਦਮ ਸਾਊਂਡ ਨੂੰ ਰਿਐਕਸ਼ਨ ਕੀ ਆਉਂਦਾ ਐਟਸੈਕਟਰਾ। ਤੇ ਆਪਾਂ ਪਲਾਂਟਸ ਦੇ ਕੇਸ ਤੇ ਕਹਿ ਸਕਦੇ ਹਾਂ ਕਿ ਫੈਕਟਰਸ ਲਾਈਕ ਜਿਵੇਂ ਕਿ ਪਲਾਂਟਸ ਦੀ ਗਰੋਥ ਤੇ ਕਿੰਨਾ ਅਸਰ ਪਿਆ ਤੇ ਉਹਨਾਂ ਦੇ ਜਿਹੜੇ ਲੀਵਸ ਤੇ ਕੀ ਅਸਰ ਪਿਆ। ਮਤਲਬ ਕਿ ਉਹਨਾਂ ਨੇ ਐਕਸਪੈਰੀਮੈਂਟ ਕੀਤਾ ਕਿਵੇਂ, ਹਾਊ। ਤਾਂ ਉਹ ਆਪਾਂ ਐਡ ਕਰਤਾ ਬਾਈ ਆਬਜ਼ਰਵਿੰਗ ਵੇਰੀਅਸ ਫੈਕਟਰਸ ਸਚ ਐਜ਼ ਦਿਸ। ਦੈਨ ਜੇ ਆਪਾਂ ਇਸੇ ਨੂੰ ਉਹਨਾਂ ਨੇ ਇੱਕ ਐਕਸਪੈਰੀਮੈਂਟ ਕੰਡਕਟ ਕੀਤਾ, ਉਹਨੂੰ ਆਪਾਂ ਕਿਸੇ ਐਕਟੀਵਿਟੀ ਦੇ ਨਾਲ ਜੋੜਨਾ। ਤਾਂ ਉੱਥੇ ਜ਼ਿਆਦਾਤਰ ਜਿਹੜੀ ਆਪਣੇ ਕੋਲ ਫਾਰਮ ਯੂਜ਼ ਹੁੰਦੀ ਹੈ, ਪ੍ਰੈਪੋਜੀਸ਼ਨ ਯੂਜ਼ ਹੁੰਦੀ ਆ, ਦੈਟ ਇਜ਼ after or before। तो after मतलब कि किस चीज तो बाद, सही सी आफ्टर मतलब किस चीज तो बाद। तो बाद कह सकते हैं अपन के आफ्टर डिस्कसिंग द मैटर with scientists of whole world। सेम चीज ਆਪਾਂ ਕਰ ਸਕਦੇ ਹਾਂ ਬਿਫੋਰ ਕਿ ਉਹਨਾਂ ਨੇ ਐਕਸਪੈਰੀਮੈਂਟ ਕਾਦੇ ਤੋਂ ਪਹਿਲਾਂ ਕੀਤਾ। ਉਹ ਮੈਂ ਤੁਹਾਨੂੰ ਬੋਲ ਕੇ ਦੱਸ ਦੇਣਾ ਕਿ ਬਿਫੋਰ ਮੇਕਿੰਗ ਐਨੀ ਫਾਈਨਲ ਅਨਾਉਂਸਮੈਂਟ ਅਬਾਊਟ ਦ ਇਫੈਕਟ of chemical on plants and animals। तो ਹੁਣ देखो सिंपल मेरे को एक सेंटेंस सीगा, साइंटिस्ट कंडक्टेड एन एक्सपेरिमेंट। एक्सपेरिमेंट कीता किथे कीता, इन स्पेनिश लैब। किन्ने टाइम ਲਈ कीता, for 2 years from 2009 to 2011। ਆਪਾਂ ਟਾਈਮ ਦੱਸਤਾ ਕਿਹਦੇ ਤੇ ਕੀਤਾ, on few species of animals and plants के कुछ एनिमल दी स्पीसीज ते प्लांट्स दे उत्ते कादे वास्ते कीता, to find the changes in animal and plants behavior to the chemicals।
देन अपने कोल की आया उन्होंने किवें कीता बाय ऑब्जर्विंग कि उन्होंने ऑब्जर्व कीता वेरियस फैक्टर्स सच एज जिवें पहला मेंशन कीता कि उन्हां दी स्किन दा कलर लीव्स दा कलर उन्हां दे जेड़े कि स्लीपिंग पैटर्न एनिमल दा की है कुछ भी कर सकते कि केड़े फैक्टर उन्होंने ऑब्जर्व कीते एक्सपेरिमेंट कीता कि देन उन्होंने एक एक्टिविटी नाल किसी नाल भी रिलेट करता कि उन्होंने ये एक्सपेरिमेंट कीता सारे दुनिया दे साइंटिस्टां नाल मैटर डिस्कस करन तो बाद देन ਆਪਾਂ ਇਹਨੂੰ ਹੋਰ ਰਿਲੇਟ ਕਰ ਸਕਦੇ ਹਾਂ ਕਿ ਕਿਹੜੀ ਚੀਜ਼ ਤੋਂ ਪਹਿਲਾਂ ਤਾਂ ਉੱਥੇ ਆ ਜਾਊਗਾ ਕਿ ਕੋਈ ਵੀ ਫਾਈਨਲ ਅਨਾਉਂਸਮੈਂਟ ਕਰਨ ਤੋਂ ਪਹਿਲਾਂ ਉਹਨਾਂ ਨੇ ਜਿਹੜਾ ਕੀ ਆਹ ਐਕਸਪੈਰੀਮੈਂਟ ਕੀਤਾ ਤਾਂ ਇਹ ਸਾਰੀਆਂ ਚੀਜ਼ਾਂ ਲੱਗੀਆਂ ਕਿਵੇਂ ਇਹ ਸਾਰੀਆਂ ਚੀਜ਼ਾਂ ਲਈ ਇੱਕੋ ਹੀ ਸੀਗਾ ਆਪਣੇ ਕੋਲ prepositions ਇਹ ਸਾਰੀਆਂ prepositions ਆ ਤਾਂ ਜਿਹੜੀਆਂ ਮੈਂ ਇੱਕ ਅਗਲੀ ਵੀਡੀਓ ਚ ਨੈਕਸਟ ਚ ਡਿਸਕਸ ਕਰੂੰਗਾ ਬਿਕੋਜ਼ ਜਿਵੇਂ ਹੁਣ ਕਰਦਾ ਤਾਂ ਤੁਸੀਂ ਬੋਰਿੰਗ ਸਮਝਣਾ ਸੀ ਇਹਨੂੰ ਕਿ ਉਹੀ ਚੀਜ਼ਾਂ ਸਾਨੂੰ ਦੱਸੀ ਜਾਂਦੇ ਆ ਬਟ ਇੱਥੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਯੂਜ਼ ਹੁੰਦੀ ਆ ਤਾਂ ਜੇ ਤੁਹਾਨੂੰ ਵੀ ਇਹ ਚ ਪ੍ਰੋਬਲਮ ਆਉਂਦੀ ਹੈ ਤਾਂ ਇਹਨੂੰ ਆਪਾਂ ਇਸੇ ਤਰੀਕੇ ਨਾਲ ਕਰ ਸਕਦੇ ਇੱਥੇ ਆਪਾਂ ਪ੍ਰੈਪੋਜੀਸ਼ਨ ਕਿਹੜੀ ਯੂਜ਼ ਕੀਤੀ ਇਨ ਕਿ ਕਿਹੜੀ ਜਗ੍ਹਾ ਤੇ ਉਹਨਾਂ ਨੇ ਕੀਤਾ ਸਪੈਨਿਸ਼ ਲੈਬ ਕਿੰਨੇ ਟਾਈਮ ਲਈ ਫॉर 2 ईयर फिर ਪ੍ਰੈਪੋਜੀਸ਼ਨ ਆ ਗਈ ਕਦੋਂ ਤੋਂ ਕਿ 2009 ਤੋਂ ਲੈ ਕੇ 2011 ਤੱਕ किदे ऊपर कीता on few species of animal and plants कादे वास्ते to preposition find the changes in the animal and plants behavior to chemicals किवें कीता by observing by again फिर की आ गई preposition ते after and before activity ਨਾਲ रिलेट करना सी ਉਹ ਵੀ ਫਿਰ ਕੀ ਆ ਗਈ preposition ਤਾਂ ਗੇਮ ਸਾਰੀ ਕੀ ਆ prepositions ਹੁਣ ਮੈਂ ਇਸ ਤੋਂ ਬਾਅਦ ਇੱਥੇ ਦੋ ਤਿੰਨ अपने को एग्जांपल लिखूंगा ओदी मैं फोटो या कोई भी वीडियो में दो अगे वीडियो ते कंटिन्यू करूंगा तो उन्हां नाल तुसी देखियो तो ओदे नाल थानू होर ज्यादा पता लग चुका हां जी ये आ दो एग्जांपलां जेडी मैं लिखियां वा सेम रूल फॉलो करके ते ਇਹਦੇ ਵਿੱਚ ਇੱਕ ਹੋਰ ਧਿਆਨ ਰੱਖਣ ਵਾਲੀ ਜਿਹੜੀ ਸਾਰਿਆਂ ਨਾਲੋਂ ਵੱਧ ਜ਼ਰੂਰੀ ਗੱਲ ਆ ਦੈਟ ਇਜ਼ ਮੈਂ ਇੱਕ ਸਿੰਪਲ ਸੈਂਟੈਂਸ ਨੂੰ ਐਕਸਟੈਂਡ ਕੀਤਾ ਵਾ ਪਹਿਲੇ ਦੇ ਵਿੱਚ ਵੀ ਉਹਦੇ ਵਿੱਚ ਵੀ ਸਿਰਫ ਇੱਕ ਸਬਜੈਕਟ ਸੀਗਾ ਸਾਇੰਟਿਸਟ वर्दी फॉर्म कंडक्टेड एन एक्सपेरिमेंट सिमिलरली आ दो वीडियोस दे विच भी की है सब्जेक्ट की है आई लर्नड सेकंड फॉर्म सेकंड अपने कोल की है गई पेरेंट्स सब्जेक्ट की है पेरेंट्स शुड मॉडल रूल दे अकॉर्डिंग वर्दी फॉर्म फर्स्ट अगे आगे अपने कोल ऑब्जेक्ट ये चीज हमेशा ध्यान रखनी है ये मैं कोई कॉम्प्लेक्स कंपाउंड सेंटेंस यूज नहीं कीता मैं जस्ट एक सिंपल सेंटेंस नु जितना ज्यादा एक्सटेंड हो सकता उन्हों कीता ये चीज दा ध्यान भी तुसी उन्ना ही ज्यादा रखना जिन्ना प्रेपोजिशनां दा आपा ध्यान रखना कि किहड़ी जी इंफॉर्मेशन आउण लई किहड़ी प्रेपोजिशन ऐड कीती है उत्थे जिहड़े दा नाल ध्यान रखना दैट इज कि तुसी इहदे विच सब्जेक्ट की है हमेशा एक होगा इको सेंटेंस ਨੂੰ एक्सटेंड कीता ਉਹ ਆਪਾਂ ਇੱਕ ਅਲੱਗ ਵੀਡੀਓ ਚ ਦੱਸਾਂਗੇ ਕਿ ਹਾਂਜੀ ਕੰਪਲੈਕਸ ਕੰਪਾਊਂਡ ਸੈਂਟੈਂਸ ਕੀ ਬਣਾਉਣੇ ਉਹਦੇ ਵਿੱਚ ਅਲੱਗ-ਅਲੱਗ ਸਬਜੈਕਟ ਆ ਜਾਂਦੇ ਹੁੰਦੇ ਆ वो आप एक अलग पार्ट से डिस्कस करेंगे बट ਇਹਦੇ ਵਿੱਚ ਤੁਸੀਂ ਇਹੀ ਧਿਆਨ ਰੱਖਣਾ ਕਿ ਜਿਹੜੀਆਂ ਮੈਂ ਦੋ ਇੱਕ ਐਗਜ਼ਾਮਪਲ ਪਹਿਲਾਂ ਦਿੱਤੀ ਹੈ ਦੋ ਐਗਜ਼ਾਮਪਲ ਮੇਰੇ ਕੋਲ ਬੋਰਡ ਤੇ ਹੁਣ ਲਿਖਿਆ ਤਿੰਨੋਂ ਐਗਜ਼ਾਮਪਲ ਦੇ ਵਿੱਚ ਜਿਹੜਾ ਸਬਜੈਕਟ ਕੀ ਸੀਗਾ ਇੱਕ ਸੀਗਾ ਹੋਰ ਕੋਈ ਸਬਜੈਕਟ ਨਹੀਂ ਸੀ ਓਕੇ ਹਾਂਜੀ ਮੈਂ ਦੋ ਸੈਂਟੈਂਸ ਲਿਖ ਲਏ ਆ ਜਿਹੜੇ ਬਿਲਕੁਲ ਮੈਂ ਸੇਮ ਤਰੀਕੇ ਨਾਲ ਬਣਾਏ ਆ ਜਿਹੜਾ ਮੈਂ ਵੀਡੀਓ ਦੇ ਵਿੱਚ ਫਸਟ ਪਾਰਟ ਦੇ ਵਿੱਚ ਤੁਹਾਨੂੰ ਸਮਝਾ ਕੇ ਹਟਿਆ ਹਾਂ ਅੱਜ ਆਪਾਂ ਦੇਖਦੇ ਹਾਂ ਸੈਂਟੈਂਸ ਕੀ ਹੈ ਜੀ ਫਰਸਟ ਸੈਂਟੈਂਸ I learnt a new language ਆਪਾਂ ਨੂੰ ਸੈਕਿੰਡ ਫਾਰਮ ਤੋਂ ਪਤਾ ਲੱਗ ਗਿਆ ਕਿ ਇਹ ਜਿਹੜਾ ਆਪਣੇ ਕੋ ਟੈਂਸ ਕਿਹਦਾ ਸੀਗਾ ਪਾਸਟ ਦਾ ਕਿ ਪਾਸਟ ਦੀ ਗੱਲ ਕੀਤੀ ਹੈ ਕਿ ਮੈਂ ਇੱਕ ਨਵੀਂ ਲੈਂਗੁਏਜ ਸਿੱਖੀ ਇੱਥੇ ਕੰਪਲੀਟ ਹੋ ਗਿਆ ਇੱਥੇ ਮੈਂ ਐਡ ਕੀਤਾ ਕਿ ਮੈਂ ਉਹ ਨਵੀਂ ਲੈਂਗੁਏਜ ਕਦੋਂ ਸਿੱਖੀ ਇਨ ਲੋਕਡਾਊਨ ਆਪਾਂ ਨੂੰ ਪਤਾ ਲੱਗ ਗਿਆ ਟਾਈਮ ਦਾ ਕਿੱਥੋਂ ਸਿੱਖੀ from a YouTube channel ਕਾਦੇ ਵਾਸਤੇ ਸਿੱਖੀ for improving my communication skill ਕਾਦੇ ਤੋਂ ਬਾਅਦ ਮੈਂ ਐਕਟੀਵਿਟੀ ਨਾਲ ਜੋੜਤਾ ਕਿ ਮੈਨੂੰ ਮੇਰੇ ਫਰੈਂਡ ਇੱਕ ਫਰੈਂਡ ਅਮਨ ਕੋਲੋਂ ਸੁਜੈਸ਼ਨ ਮਿਲਣ ਤੋਂ ਬਾਅਦ ਕਿੰਨੇ ਟਾਈਮ ਤੇ ਸਿੱਖੀ ਇਨ ਟਾਈਮ ਪੀਰੀਅਡ ਆਫ ਜਸਟ 2 ਮੰਥਸ ਇਸ ਵਿੱਚ ਵੀ ਉਹੀ ਸੇਮ ਰੂਲ ਕਿ ਮੈਂ ਕਿਹਾ ਕਿ ਮੈਂ ਇੱਕ ਨਵੀਂ ਲੈਂਗੁਏਜ ਸਿੱਖੀ ਮੈਂ ਐਡ ਕੀਤਾ ਕਦੋਂ ਸਿੱਖੀ ਕਿੱਥੋਂ ਸਿੱਖੀ ਫਿਰ ਮੈਂ ਕਾਦੇ ਵਾਸਤੇ ਸਿੱਖੀ then फिर मैं कीता उन मैं एक्टिविटी ना कीता कि अपने एक फ्रेंड कोलों सजेशन मिलने तो बाद सीखी किन्ने टाइम सीखी सेम ये अपना हो गया फर्स्ट सेंटेंस
ਦੂਜਾ ਸੈਂਟੈਂਸ ਦੇ ਵਿੱਚ ਮੈਂ ਥੋੜੀ ਜਿਹੀ ਵੇਰੀਏਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਪਹਿਲਾ ਸੈਂਟੈਂਸ ਵੀ ਆਪਣਾ ਪਾਸਟ ਵਾਲਾ ਸੀਗਾ, ਇਹ ਵੀ ਪਾਸਟ ਵਾਲਾ ਸੀਗਾ। ਇਹ ਮੈਂ ਤਾਂ ਯੂਜ਼ ਕੀਤੇ ਆ ਕਿ ਜ਼ਿਆਦਾਤਰ ਤੁਸੀਂ ਸਪੀਕਿੰਗ ਦੇ ਵਿੱਚ ਪਾਸਟ ਵਾਲੇ ਸੈਂਟੈਂਸ ਹੀ ਯੂਜ਼ ਕਰਦੇ ਆ ਤਾਂ ਆਪਾਂ ਨੂੰ ਸਮਝਣਾ ਸੌਖਾ ਵਾ ਕਿਉਂਕਿ ਵਰਬ ਦੀ ਫਾਰਮ ਇੱਥੇ ਕਲੀਅਰ ਕੱਟ ਪਤਾ ਲੱਗ ਜਾਂਦੀ ਹੈ ਕਿ ਰੂਲ ਇੱਥੇ ਦੂਜੀ ਫਾਰਮ ਯੂਜ਼ ਹੋਗੀ। ਦੈਨ ਹੁਣ ਮੈਂ ਐਗਜ਼ਾਮਪਲ ਲਿਖੀ ਉਹ ਮੋਡਲ ਲਿਖਿਆ ਸ਼ੁੱਡ ਕਿ ਪੇਰੈਂਟਸ ਸ਼ੁੱਡ ਸਪੈਂਡ ਟਾਈਮ, ਰੂਲ ਹੁੰਦਾ ਸਬਜੈਕਟ ਸ਼ੁੱਡ, ਮੋਡਲ ਦੱਸਦਾ ਸੁਜੈਸ਼ਨ ਕਿ ਚਾਹੀਦਾ, ਸਪੈਂਡ ਟਾਈਮ ਵਿਦ देयर ਚਿਲਡਰਨ, ਟਾਈਮ ਸਪੈਂਡ ਕਰਨਾ ਚਾਹੀਦਾ ਕਿਹਦੇ ਨਾਲ, ਵਿਦ देयर ਚਿਲਡਰਨ। ਐਕਟੀਵਿਟੀ ਨਾਲ ਜੋੜਤਾ ਆਫਟਰ ਰਿਟਰਨਿੰਗ ਹੋਮ ਫਰਮ देयर ਵਰਕ ਪਲੇਸ ਕਿ ਆਪਦੀ ਵਰਕ ਪਲੇਸ ਤੋਂ ਘਰ ਆਉਣ ਤੋਂ ਬਾਅਦ, ਕਾਦੇ ਲਈ, ਟੂ ਸਟਰੈਂਥਨ देयर ਬੌਂਡ ਵਿਦ देयर ਚਿਲਡਰਨ, ਆਪਦੇ ਬੱਚਿਆਂ ਨਾਲ ਆਪਣਾ ਬੌਂਡ ਸਟਰੋਂਗ ਕਰਨ ਦੇ ਲਈ। ਕਿਵੇਂ? by eating dinner together or playing some indoor games such as ਆਪਾਂ ਅੱਗੇ ਮੈਂਸ਼ਨ ਕਰ ਲਾਂਗੇ। ਇਹਦੇ ਵਿੱਚ ਵੀ ਆਪਾਂ ਸੇਮ ਸਾਰੀਆਂ ਚੀਜ਼ਾਂ ਆਨਸਰ ਕੀਤੀਆਂ, ਕਿਹਦੇ ਨਾਲ, ਕਾਦੇ ਤੋਂ ਬਾਅਦ, ਐਕਟੀਵਿਟੀ ਨਾਲ ਰਿਲੇਟ ਕਰਤਾ, ਕਾਦੇ ਲਈ ਕਿ ਬੌਂਡ ਸਟਰੋਂਗ ਕਰਨ ਲਈ, ਤੇ ਕਿਵੇਂ, ਇਕੱਠੇ ਰਾਤ ਨੂੰ ਡਿਨਰ ਕਰਕੇ ਜਾਂ ਇਨਡੋਰ ਗੇਮਸ ਜਿਹੜੀਆਂ ਆਪਾਂ ਇੱਥੇ ਮੈਂਸ਼ਨ ਕਰਾਂਗੇ ਉਹ ਗੇਮਾਂ ਖੇਡ ਕੇ। ਤਾਂ ਇਹ ਦੋਨਾਂ ਸੈਂਟੈਂਸਾਂ ਨੂੰ ਵੀ ਮੈਂ ਪਿਛਲੇ ਸੈਂਟੈਂਸ ਦੇ ਵਾਂਗੂ ਸੇਮ ਪ੍ਰੈਪੋਜੀਸ਼ਨ ਲਾ ਕੇ ਐਕਸਟੈਂਡ ਕੀਤਾ। ਜ਼ਰੂਰੀ ਨਹੀਂ ਕਿ ਹਰ ਇੱਕ ਸੈਂਟੈਂਸ ਤੁਹਾਡੇ ਕੋਲੋਂ ਵੀ ਇੰਨਾ ਹੀ ਐਕਸਟੈਂਡ ਹੋਊਗਾ, ਬਟ ਤੁਸੀਂ ਟਰਾਈ ਲਈ ਇੱਕ ਸਿੰਪਲ ਕੋਈ ਵੀ ਰੂਲ ਚੱਕੋ। ਜਿਵੇਂ ਮੈਂ ਇੱਥੇ ਪਾਸਟ ਇੰਡੈਫੀਨਿਟ ਚੱਕਿਆ, ਇੱਥੇ ਮੋਡਲ ਚੱਕਿਆ, ਪਹਿਲੇ ਵਿੱਚ ਵੀ ਮੈਂ ਪਾਸਟ ਇੰਡੈਫੀਨਿਟ ਚੱਕਿਆ ਸੀ, ਤੁਸੀਂ ਉਹਦੇ ਨਾਲ ਟਰਾਈ ਕਰਕੇ ਦੇਖੋ। ਉਹਦੇ ਵਿੱਚ ਐਡ ਕਰੋ ਕਿ ਪਲੇਸ ਵਾਲੀ ਗੱਲ ਕਰਨੀ ਹੈ, ਜਿਵੇਂ ਮੈਂ ਵੀਡੀਓ ਦੇ ਫਸਟ ਪਾਰਟ 'ਚ ਸਮਝਾਇਆ ਕਿ ਪਲੇਸ ਵਾਲੀ, ਕਿਹਦੇ ਲਈ, ਕਿਵੇਂ, ਕਾਦੇ ਤੋਂ ਬਾਅਦ, ਕਾਦੇ ਤੋਂ ਪਹਿਲਾਂ, ਥੋੜਾ ਬਹੁਤਾ ਐਡ ਕਰੋ। ਜਿਵੇਂ ਜਿਵੇਂ ਤੁਸੀਂ ਐਡ ਕਰਦੇ ਜਾਓਗੇ ਤੁਹਾਡਾ ਸੈਂਟੈਂਸ ਜਿਹੜਾ ਕੀ ਹੈ ਹੋਰ ਲੰਮਾ ਹੋ ਗਿਆ। ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਗੇਮ ਇਹ ਸਾਰੀ ਕਾਦੇ ਤੇ ਆ, ਇਟ ਆਲ ਡਿਪੈਂਡਸ ਅਪਨ ਪ੍ਰੈਪੋਜੀਸ਼ਨ ਕਿ ਤੁਸੀਂ ਉਹਨਾਂ ਨੂੰ ਕਿਵੇਂ ਯੂਜ਼ ਕਰਦੇ ਹੋ। ਓਕੇ ਜੀ, ਥੈਂਕ ਯੂ, ਦਿਸ ਇਜ਼ ਐਂਡ ਆਫ ਮਾਈ ਵੀਡੀਓ। ਐਂਡ ਹੁਣ ਮੈਂ ਤੁਹਾਨੂੰ ਪਲੀਜ਼ ਰਿਕੁਐਸਟ ਕਰੂੰਗਾ ਕਿ ਮੇਰੇ YouTube ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਕਿ ਕਿੱਦਾਂ ਦੀ ਵੀਡੀਓ ਲੱਗੀ। ਜੇ ਕੋਈ ਵੀ ਤੁਸੀਂ ਇਨਕੁਆਇਰੀ ਤੁਸੀਂ ਮੈਨੂੰ ਕਮੈਂਟ 'ਚ ਪਾਓਗੇ ਤਾਂ ਉਹਦਾ ਆਨਸਰ ਜ਼ਰੂਰ ਕੀਤਾ ਜਾਊਗਾ ਤੇ ਨਾਲੇ ਮੈਨੂੰ ਹਿੰਟ ਮਿਲ ਜੂਗਾ ਕਿ ਅਗਲੀ ਵੀਡੀਓ ਮੇਰੀ ਕਿਸ ਟੌਪਿਕ ਤੇ ਹੋਣੀ। ਅਗਲੀ ਵੀਡੀਓ ਵੈਸੇ ਮੈਂ ਥੋੜਾ ਪਲਾਨ ਕੀਤਾ ਹੋਇਆ ਕਿ ਅਗਲੀ ਵੀਡੀਓ ਮੈਂ ਪ੍ਰੈਪੋਜੀਸ਼ਨ ਤੇ ਹੀ ਬਣਾਉਂਗਾ ਕਿਉਂਕਿ ਪ੍ਰੈਪੋਜੀਸ਼ਨਸ ਆਰ ਬੈਕਬੋਨ ਆਫ ਇੰਗਲਿਸ਼। ਜੇ ਪ੍ਰੈਪੋਜੀਸ਼ਨ ਸਹੀ ਆ ਤਾਂ ਤੁਸੀਂ ਕੁਛ ਮਰਜ਼ੀ ਕਰ ਲਓ, ਸੈਂਟੈਂਸ ਫਾਰਮੇਸ਼ਨ ਤੁਹਾਡੀ ਇੰਪਰੂਵ ਹੀ ਪ੍ਰੈਪੋਜੀਸ਼ਨ ਨਾਲ ਹੋਣੀ। ਓਕੇ ਗਾਇਸ, ਥੈਂਕਸ।